ਤੇ ਇੱਥੇ ਆ ਕੇ ਜਦੋਂ ਮੈਂ ਮੋਟਰਵੇ ਵੇਖੇ ਤੇ ਮੈਨੂੰ ਕੋਈ ਫਰਕ ਹੀ ਨਹੀਂ ਲੱਗਿਆ ਕਿ ਮੈਂ ਇੰਗਲੈਂਡ 'ਚ ਆ ਜਾਂ ਇੱਥੇ ਆ। ਇੱਥੇ ਦੀ ਜੋ ਟ੍ਰੈਫਿਕ ਸਿਸਟਮ ਬਹੁਤ ਵਧੀਆ ਹੈ। ਫਿਰ ਮੈਂ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਪਹਿਲੀ ਚਿੱਠੀ ਰਾਉਂਡ 1986 ਦੇ ਵਿੱਚ ਜਿਹੜੀ ਮੈਂ ਪਾਕਿਸਤਾਨ ਦੇ ਵਿੱਚ ਪਾਈ ਸੀ ਤੇ ਉਹਨਾਂ ਨੇ ਚਿੱਠੀਆਂ ਸੰਭਾਲ ਕੇ ਰੱਖੀਆਂ ਨੇ ਤੇ ਮੈਂ ਜਦੋਂ ਹੁਣ ਪਿੰਡ ਗਈ ਆ ਮੈਂ ਆਪਣੀ ਇੰਨੀ ਪੁਰਾਣੀ ਚਿੱਠੀ ਲਿਖੀ ਹੈ, ਜੇ ਪੰਜਾਬ ਦੀ ਵੰਡ ਹੋਈ ਤਾਂ ਦਿਲ ਸਾਡਾ ਤੁਸੀਂ ਰੱਖ ਲਿਆ ਹੈ। ਸਾਨੂੰ ਬਿਨਾਂ ਦਿਲ ਤੋਂ ਤੁਸੀਂ ਜਿਹੜਾ ਪੰਜਾਬ ਦਿੱਤਾ, ਕਿਉਂਕਿ ਲਾਹੌਰ ਜਿਹੜਾ ਹੈ ਉਹ ਪੰਜਾਬ ਦਾ ਦਿਲ ਹੈ। ਸਾਰਾ ਦਿਨ ਅਸਾਂ ਲਾਇਆ, ਅਸੀਂ ਆਪਣੇ ਖੂਹ ਤੇ ਗਏ, ਜਿਵੇਂ ਅਸੀਂ ਕਹਿੰਦੇ ਆ ਉਧਰ ਖੂਹ ਤੇ ਇਹ ਡੇਰਾ ਕਹਿੰਦੇ ਨੇ ਜਿੱਥੇ ਸਾਡੇ ਖੇਤ ਨੇ, ਤੇ ਉਹਨਾਂ ਨੇ ਦੱਸਿਆ ਕਿ ਉੱਥੇ ਇੱਕ ਬੋੜ ਹੈ, ਸੌਰੀ ਪਿੱਪਲ ਹੈ, ਤੇ ਉਹ ਪਿੱਪਲ ਅੱਜ ਵੀ ਹੈ। ਜਦ ਮੇਰਾ ਜੀ ਕਰਦਾ ਸੀ ਮੈਂ ਉਸ ਪਿੱਪਲ ਨੂੰ ਜਫੀ ਮਾਰ ਕੇ ਤੇ ਇੱਥੇ ਰਾਜਾ, ਉਹ ਪਿੱਪਲ ਨਹੀਂ ਸੀ ਮੇਰੇ ਵਾਸਤੇ, वो मेरे बुजुर्ग खिलौते से। हेलो पाकिस्तान, आज़ाद डिजिटल लाहौर से मैं हूं आपके साथ ज़ाहिर महमूद। नाज़रीन, आज हमारे साथ मौजूद हैं इंडिया से आई हुई किरण कौर घुमन जी, जिन्होंने पहली दफ़ा पाकिस्तान बनने के बाद यहाँ पाकिस्तानी पंजाब में मौजूद अपने रिश्तेदारों को विज़िट किया है। यहाँ पर इनके ताया जी यहाँ पर मौजूद थे और उनके कोई भाई उस इंडिया में मौजूद थे। तो अब किरण कौर घुमन जी जो हैं वो यूके में सेटल्ड हैं, थेरापिस्ट हैं। तो ये पाकिस्तान आई हैं, अपने रिश्तेदारों के साथ मिली हैं, उनके घर जाकर काफ़ी देर वहाँ पे बैठी रही, वहाँ की मिट्टी जो है वो उन्होंने सिलेक्ट किया है वो अपने साथ लेकर जाने के लिए। तो आज हम इनसे बात करेंगे और जानेंगे कि इनको पाकिस्तान आकर कैसा लगा, और वंड के बाद, तकसीम के बाद जब ये अपने रिश्तेदारों से मिली हैं तो उनके क्या जज्बात थे, अपने रिश्तेदारों से मिलकर उनके क्या जज्बात थे, और इनको यहाँ की जो पाकिस्तान की मेहमान नवाजी है वो कितनी पसंद आई है। अच्छा, मैनू ये दसो कि जो तुसी एक ही मतलब स्टोरी है कि तुसी अपने रिश्तेदारां तो विछड़ गए और फिर इतने अरसे तो बाद, कितने अरसे तो बाद तुसी इन्हां नूं मिले, किवें मिले? ਅਰਸਾ ਤੇ ਤੁਸੀਂ ਆਪ ਜਿਹੜਾ ਹੈਗਾ ਉਹ ਕੈਲਕੂਲੇਟ ਕਰ ਲਓ। 1947 ਦੀ ਵੰਡ ਤੋਂ ਬਾਅਦ ਸਾਡੇ ਮੇਰੇ ਦਾਦਾ ਜੀ 3 ਭਰਾ ਸਨ ਤੇ 2 ਉਧਰ ਚਲੇ ਗਏ, ਇੱਕ ਇੱਧਰ ਰਹਿ ਗਏ ਤੇ ਉਹ ਵਿਛੜ ਗਏ। ਤੇ ਸਾਲ ਤੁਸੀਂ ਆਪ ਗਿਣ ਲਓ ਕਿੰਨੇ ਸਾਲ ਹੋ ਗਏ ਨੇ। ਪਰ ਜਦੋਂ ਮੈਂ ਹੋਸ਼ ਸੰਭਾਲੀ ਹੈ ਆਪਣੀ, ਸੋ ਕੁਛ 38 ਈਅਰ ਤੋਂ, ਤੇ ਜਿਹੜਾ ਮੈਨੂੰ ਚੰਗੀ ਤਰ੍ਹਾਂ ਆਪਣਾ ਬਚਪਨ ਯਾਦ ਹੈ, ਤੇ ਮੈਂ ਆਪਣੇ ਦਾਦਾ ਜੀ ਨੂੰ, ਆਪਣੇ ਤਾਇਆ ਜੀ ਨੂੰ, ਮੇਰੇ ਤਾਇਆ ਜੀ ਉਸ ਟਾਈਮ ਕੁਛ ਆਈ ਥਿੰਕ 10 ਕੁ ਅਰਸੇ ਦੇ ਹੋਣੇ ਨੇ, ਤੇ ਉਹਨਾਂ ਨੂੰ ਸਾਰਾ ਕੁਝ ਯਾਦ ਹੈ। ਤੇ ਉਹ ਦੋਵੇਂ ਪਿਓ ਪੁੱਤ, ਮੇਰੇ ਦਾਦਾ ਜੀ ਤੇ ਮੇਰੇ ਤਾਇਆ ਜੀ ਬਹਿ ਕੇ ਕਹਾਣੀਆਂ ਸੁਣਾਉਂਦੇ ਸਨ, ਗੱਲਾਂ ਕਰਦੇ ਸਨ, ਅਸੀਂ ਵੀ ਕੋਲ ਬਹਿੰਦੇ ਸਨ। ਤੇ ਮੇਰੇ ਦਾਦਾ ਜੀ ਰੋ ਕੇ ਤੇ ਫਿਰ ਇਸ ਤਰ੍ਹਾਂ ਕਹਿੰਦੇ ਸਨ, ਇਹ ਚੰਗਾ ਨਹੀਂ ਕੀਤਾ ਤੂੰ ਉੱਥੇ ਰਹਿ ਗਿਆ। अच्छा, कौन से इलाके से आपके ये दादाजी माइग्रेट करके कौन से इलाके में वहाँ पे शिफ्ट हुए? ਅਸੀਂ ਇੱਥੋਂ ਮਾਈਗ੍ਰੇਟ ਕਰਕੇ ਅਸੀਂ ਜਲੰਧਰ ਜ਼ਿਲ੍ਹਾ, ਜਿਹੜਾ ਡਿਸਟ੍ਰਿਕਟ ਜਲੰਧਰ ਹੈ, ਉੱਥੇ ਅਸੀਂ ਬੈਠੇ ਹਾਂ ਜਾ ਕੇ। ਤੇ ਇੱਥੇ ਸਾਡਾ ਪਿੰਡ ਜਿਹੜਾ ਹੈ ਗੰਜਿਆਂ ਵਾਲੀ ਕਲਾਂ, ਸਿਆਲਕੋਟ ਦੇ ਵਿੱਚ। अच्छा, तो आप आई हैं अभी इस दफ़ा टूर पे, तो कैसा जर्नी था वहाँ पे, अपने रिश्तेदारों को मिलकर कैसा लगा, किस तरह आप वहाँ पे पहुँची, इस्तकबाल कैसा हुआ आपका? ਜਦੋਂ ਮੈਂ ਇੱਥੇ ਆਈ ਤੇ ਮੈਂ ਆਉਣਾ ਸੀ ਉਸ ਤੋਂ ਪਹਿਲਾਂ, ਕਿਉਂਕਿ ਮੈਂ ਪਿਛਲੀ ਵਾਰ ਜਦੋਂ ਆਈ ਹਾਂ ਨਾ ਜਥੇ ਦੇ ਨਾਲ, ਤੇ ਮੈਂ ਮਨ ਵਿੱਚ ਤੇ ਆਪਣੇ ਇਹ ਰੱਖ ਕੇ ਆਈ ਸੀ ਨਾ ਵੀ ਠੀਕ ਹੈ ਮੈਂ ਗੁਰਧਾਮਾਂ ਦੇ ਦਰਸ਼ਨ ਕਰਨੇ ਨੇ, ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਜਿਹੜਾ ਹੈਗਾ ਉਹ ਜਾ ਕੇ ਗੁਰਧਾਮਾਂ ਦੇ ਦਰਸ਼ਨ ਕਰਕੇ ਤੇ ਸਕੂਨ ਪਾਉਣਾ ਹੈ। ਤੇ ਨਾਲ ਨਾਲ ਮੈਂ ਜਿਹੜਾ ਮੇਰਾ ਸਕੂਨ ਹੈ ਪਿੰਡ ਦਾ, ਮੈਂ ਆਪਣੇ ਪਿੰਡ ਜਾਣਾ ਹੈ, ਕਿ ਮੈਨੂੰ ਇੱਕ ਮਿਲਿਆ ਹੈ ਇੰਗਲੈਂਡ ਤੋਂ ਰਸਤਾ ਕਿ ਮੈਂ ਜਥੇ ਦੇ ਨਾਲ ਜਾਵਾਂਗੀ ਤੇ ਆਪਣਾ ਪਿੰਡ ਜਾਵਾਂਗੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਮੈਂ ਮਿਲਣਾ, ਉੱਥੇ ਉਹਨਾਂ ਨੇ ਮੈਨੂੰ ਆਖਿਆ ਕਿ ਕੋਈ ਨਹੀਂ ਮਿਲਾ ਦਾਂਗੀ। ਜਦੋਂ ਇੱਥੇ ਆਏ ਤੇ ਚਲੋ ਆਪਣੇ ਕਾਇਦੇ ਕਾਨੂੰਨ ਹੁੰਦੇ ਨੇ ਹਰ ਜਗ੍ਹਾ ਦੇ, ਤੇ ਉਹਨਾਂ ਨੇ ਮੈਨੂੰ ਆਖਿਆ ਕਿ ਨਹੀਂ ਪਿੰਡ ਨਹੀਂ ਜਾ ਸਕਦੇ ਹੈਗੇ। ਤੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੇਰਾ ਆਉਣਾ ਜਿਹੜਾ ਹੈ ਉਹ ਸਫਲ ਨਹੀਂ ਹੋਇਆ। ਤੇ ਬੜਾ ਮੈਂ ਇਹ ਕਹਿ ਲਓ ਕਿ ਮੈਨੂੰ ਇਸ ਤਰ੍ਹਾਂ ਹੀ ਲੱਗਿਆ ਕਿ ਮੇਰੇ ਆਉਣ ਦਾ ਕੀ ਫਾਇਦਾ ਹੋਇਆ ਜੇ ਮੈਂ ਉਹਨਾਂ ਨੂੰ ਮਿਲ ਨਹੀਂ ਸਕੀ। ਤੇ ਫਿਰ ਮੈਂ ਵਾਪਸ ਗਈ ਤੇ ਮੇਰਾ ਫਿਰ ਕਿਸੇ ਨਾ ਕਿਸੇ ਤਰ੍ਹਾਂ ਰਾਬਤਾ ਜਿਹੜਾ ਹੋਇਆ ਜੀਵੇ ਸਾਂਝਾ ਪੰਜਾਬ ਦੇ ਨਾਲ। ਮੈਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਮੈਂ ਹੁਣ ਇੱਥੇ ਆਈ ਹਾਂ। ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਸਾਰਾ ਕੁਛ ਜੋ ਵੀ ਕਰਨਾ ਚਾਹੀਦਾ ਸੀ, ਜੋ ਕਾਇਦੇ ਕਾਨੂੰਨ, ਜੋ ਲੀਗਲੀ ਤੌਰ 'ਤੇ ਜਿਵੇਂ ਕਰਨਾ ਚਾਹੀਦਾ, ਪਿੰਡ ਕਿਵੇਂ ਜਾ ਸਕਦੀਆਂ, ਕਿਵੇਂ ਸਾਰਾ ਕੁਛ ਇਹਨਾਂ ਨੇ ਉਸ 'ਤੇ ਜਾਣ ਤੋਂ ਪਹਿਲਾਂ ਜਾ ਕੇ ਉੱਥੇ ਆਪਣਾ ਵੇਖਿਆ, ਬੰਦਾ ਭੇਜਿਆ ਕਿ ਠੀਕ ਹੈ ਜੋ ਮੈਂ ਐਡਰੈਸ ਦੱਸ ਰਹੀ ਹਾਂ, ਨਾ ਦੱਸ ਰਹੀ ਹਾਂ, ਇਹ ਲੋਕੀ ਉੱਥੇ ਹੈ ਵੀ ਨੇ ਕਿ ਜਾਂ ਮੇਰਾ ਵਹਿਮ ਹੀ ਹੈ ਕਿ ਜਾਂ ਇਹ ਇਨਫੋਰਮੇਸ਼ਨ ਜਿਹੜੀ ਮੈਂ ਉੱਥੇ ਜਾਣਾ ਚਾਹੁੰਦੀ ਹਾਂ ਉਹ ਸਹੀ ਹੈ। ਜਦੋਂ ਇਹਨਾਂ ਨੇ ਕਿਹਾ ਕਿ ਠੀਕ ਹੈ, फिर ये मैनू उत्थे लैके गए। अच्छा, राब्ता कैसे हुआ अपने रिलेटिव्स के साथ? लाइक मतलब सोशल मीडिया तो बड़े अरसे से आया हुआ है, अब 2024 में आके आप इनसे मिल रही हैं, कोई इनसे फ़ोन पे, सोशल मीडिया पे कोई पहले मुलाकात का बहाना नहीं बना? आप तो कब से यूके में रह रही हैं? देखो जी, ਜਿਹੜੇ ਮੇਰੇ ਦਾਦਾ ਜੀ ਦਾ ਪਿੰਡ ਸੀ ਉਹ ਤੇ ਉਹੀ ਸੀ ਨਾ, ਤੇ ਮੇਰੇ ਦਾਦਾ ਜੀ ਹੋਰੀ ਪਿੰਡ ਦੇ ਨੰਬਰਦਾਰ ਸੀ ਤੇ ਉਹਨਾਂ ਦਾ ਇੱਕ ਭਰਾ ਇੱਥੇ ਰਹਿ ਗਿਆ। ਤੇ ਮੇਰੇ ਦਾਦਾ ਜੀ ਹੋਰਾਂ, ਤਾਇਆ ਜੀ ਹੋਰਾਂ ਕੋਲ ਤਾਂ ਐਡਰੈਸ ਨੈਚੁਰਲੀ ਆ ਨਾ, ਉਹਨਾਂ ਕੋਲ ਹੈਗਾ ਸੀ ਕਿਉਂਕਿ ਸਾਡਾ ਪਿੰਡ ਉਹ ਸੀ। ਉਹ ਉੱਥੋਂ ਚਿੱਠੀਆਂ ਪਾਉਂਦੇ ਸੀ
ਪਰ ਬਜ਼ੁਰਗ ਭੋਲੇ ਸਨ, ਉਹਨਾਂ ਨੇ ਇਹ ਨਹੀਂ ਪਤਾ ਕਿ ਪਿਛਲਾ ਵੀ ਐਡਰੈਸ ਲਿਖਣਾ ਹੈ ਨਾ, ਦੱਸਣਾ ਹੈ ਉਹਨਾਂ ਨੂੰ ਵੀ ਅਸੀਂ ਹੁਣ ਇੱਥੇ ਹਾਂ। ਉਹ ਚਿੱਠੀਆਂ ਪਾਉਂਦੇ ਰਹੇ, ਇਹਨਾਂ ਨੂੰ ਮਿਲਦੀਆਂ ਵੀ ਰਹੀਆਂ, ਇਹ ਪੜ੍ਹ ਕੇ ਇੱਧਰ ਰੋਂਦੇ ਰਹੇ, ਪਰ ਇਹ ਚਿੱਠੀ ਪਾਉਣ ਕਿੱਥੇ, ਇਹਨਾਂ ਕੋਲ ਤਾਂ ਐਡਰੈਸ ਹੀ ਨਹੀਂ ਨਾ। ਫਿਰ ਜਿਹੜੇ ਮੇਰੇ ਦਾਦਾ ਜੀ ਦੇ ਜਿਹੜਾ ਭਰਾ ਸੀ, ਉਹਨਾਂ ਦੇ ਬੇਟੇ ਦਾ ਇੱਕ ਬੇਟਾ ਸੀ, ਤੇ ਉਹਦਾ ਸਾਡੇ ਨਾਲ ਚਿੱਠੀਆਂ ਰਾਹੀਂ ਰਾਬਤਾ ਹੋਣਾ ਸ਼ੁਰੂ ਉਦੋਂ ਹੋਇਆ ਜਦੋਂ ਪਹਿਲੀ ਵਾਰੀ ਪਤਾ ਲੱਗਣ ਲੱਗ ਪਿਆ ਲੋਕਾਂ ਨੂੰ ਕਿ ਜਿਹੜੇ ਸਿੱਖ ਨੇ ਉਹ ਉਧਰੋਂ ਆਉਂਦੇ ਨੇ, ਤੇ ਇੱਥੇ ਲਾਹੌਰ ਦੇ ਵਿੱਚ ਡੇਰਾ ਸਾਹਿਬ ਗੁਰਦੁਆਰਾ ਹੈ, ਉਹਨਾਂ ਨੇ ਇੱਥੇ ਆਉਣਾ ਸ਼ੁਰੂ ਕੀਤਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਉਧਰੋਂ ਸਿੱਖ ਆਉਂਦੇ ਨੇ, ਤੇ ਮੈਂ ਕਿਸੇ ਤਰ੍ਹਾਂ ਪੁੱਛਾਂ, ਤੇ ਉਹਨਾਂ ਨੇ ਜਾ ਕੇ ਕਿਤੇ ਨਾ ਕਿਤੋਂ ਉਹਨਾਂ ਦੇ ਰਾਹੀਂ ਦੱਸਣਾ ਸ਼ੁਰੂ ਕੀਤਾ ਕਿ ਇਸ ਤਰ੍ਹਾਂ ਜਾ ਕੇ ਤੁਸੀਂ ਉੱਥੇ ਦੱਸੋ ਕਿਸੇ ਨੂੰ ਕਿ ਸਾਡੇ ਬਜ਼ੁਰਗ ਸਨ, ਉਹ ਇੱਥੋਂ ਚਲੇ ਗਏ ਨੇ, ਉਹ ਇਸ ਪਿੰਡ ਦੇ ਸਨ, ਆ ਉਹਨਾਂ ਦਾ ਨਾਂ ਸੀ। ਉਹ ਕੁਦਰਤੀ ਚੰਗੀ ਕਿਸਮਤ ਕੋਈ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ, ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਉਸ ਇਨਸਾਨ ਦਾ ਨਾਂ ਚੂਨੀ ਲਾਲ ਸੀ। ਤੇ ਉਹਨੇ ਦੱਸਿਆ ਕਿਤੇ ਉਹ ਜਾਣਦੇ ਨਿਕਲੇ ਜਾਂ ਪਿੰਡਾਂ ਦੇ ਲਾਗੇ ਨੇ ਨਿਕਲੇ, ਕਿਸ ਤਰ੍ਹਾਂ ਇਹ, ਮੈਂ ਬੜੀ ਛੋਟੀ ਸਾਂ, ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਨਹੀਂ ਪਤਾ। ਤੇ ਉਹਨਾਂ ਨੇ ਫਿਰ ਸੁਨੇਹਾ ਘੱਲਿਆ ਵੀ ਤੁਹਾਡੀਆਂ ਚਿੱਠੀਆਂ ਸਾਨੂੰ ਮਿਲਦੀਆਂ ਨੇ, ਪਰ ਸਾਨੂੰ ਨਹੀਂ ਪਤਾ ਤੁਸੀਂ ਕਿੱਥੇ ਰਹਿੰਦੇ ਹੋ। ਫਿਰ ਉਹਨਾਂ ਨੇ ਜਾ ਕੇ ਸੁਨੇਹਾ ਦਿੱਤਾ, ਤੇ ਫਿਰ ਉਹ ਮੈਂ ਵੀ ਉਦੋਂ ਇਸ ਚੀਜ਼ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਕੋਈ ਆਇਆ ਸੀ ਸਾਡੇ ਘਰ। ਫਿਰ ਮੈਂ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ, ਤੇ ਫਿਰ ਜਿਹੜੀ ਪਹਿਲੀ ਚਿੱਠੀ ਮੈਂ ਲਿਖੀ ਉਹਦੇ ਪਿੱਛੇ ਮੈਂ ਆਪਣਾ ਐਡਰੈਸ ਲਿਖਿਆ ਕਿ ਇਹ ਸਾਡਾ ਐਡਰੈਸ ਹੈ, ਅਸੀਂ ਇੱਥੇ ਰਹਿੰਦੇ ਹਾਂ। ਕੁਛ ਫੋਟੋ ਵੀ ਭੇਜੀਆਂ ਕਿ ਉੱਧਰੋਂ ਉੱਧਰ ਹੀ ਆਪਣੇ ਦਾਦਾ ਜੀ ਦੀਆਂ ਫੋਟੋ ਭੇਜੀਆਂ ਕਿ ਉੱਧਰੋਂ ਉੱਧਰ ਹੀ ਜੀ ਜਿਹੜੇ ਇੱਕ ਦੂਜੇ ਨੂੰ ਪਛਾਣ ਸਕਣ। ਹੁਣ ਵੀ ਅੱਜ ਜਿਵੇਂ ਸਾਂਝਾ ਪੰਜਾਬ ਦੀ ਜਿਹੜਾ ਇਹਨਾਂ YouTube ਤੇ ਪਾਇਆ ਹੈ, ਬਹੁਤੇ ਭੈਣ ਭਰਾਵਾਂ ਦੇ ਕਮੈਂਟ ਆਏ ਨੇ ਕਿ ਇਸ ਬੱਚੀ ਦੀ ਸ਼ਕਲ ਆਪਣੇ ਬਜ਼ੁਰਗਾਂ ਨਾਲ ਮਿਲਦੀ ਹੈ, ਪਛਾਣੀ ਜਾਂਦੀ ਹੈ। ਤੇ ਇਸ ਤਰ੍ਹਾਂ ਕਰਕੇ ਜਿਹੜਾ ਪਹਿਲਾ ਕੰਟੈਕਟ ਹੋਇਆ ਹੈ, ਆਈ ਥਿੰਕ ਮੈਂ ਗਲਤ ਨਾ ਹੋਵਾਂ ਤੇ ਜਿਹੜੀ ਪਹਿਲੀ ਚਿੱਠੀ ਅਰਾਊਂਡ 1986 ਦੇ ਵਿੱਚ ਜਿਹੜੀ ਮੈਂ ਪਾਕਿਸਤਾਨ ਦੇ ਵਿੱਚ ਪਾਈ ਸੀ, ਉਸ ਟਾਈਮ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਇੱਧਰ ਜਿਹੜੇ ਨੇ ਉਹਨਾਂ ਨੂੰ ਗੁਰਮੁਖੀ ਨਹੀਂ ਆਉਂਦੀ ਹੈਗੀ, ਕਿਉਂਕਿ ਜਿਵੇਂ ਇੱਧਰ ਉਰਦੂ ਨੇ ਪਰ ਬੋਲਦੇ ਅਸੀਂ ਪੰਜਾਬੀ ਹਾਂ, ਪਰ ਲਿਖਣ ਦਾ ਜਿਹੜਾ ਲਹਿਜਾ ਹੈ ਉਹ ਵੱਖਰਾ ਹੈ। ਤੁਸੀਂ ਗੁਰਮੁਖੀ ਲਿਖ ਕੇ ਮੈਸੇਜ ਘੱਲਿਆ? ਮੈਂ ਗੁਰਮੁਖੀ 'ਚ ਪਹਿਲੀ ਵਾਰੀ ਲਿਖ ਕੇ ਜਿਹੜੀ ਆਪਣੀ ਚਿੱਠੀ ਪਾਈ ਹੈ, ਤੇ ਉਹਨਾਂ ਨੇ ਚਿੱਠੀਆਂ ਸੰਭਾਲ ਕੇ ਰੱਖੀਆਂ ਨੇ। ਤੇ ਮੈਂ ਜਦੋਂ ਹੁਣ ਪਿੰਡ ਗਈ ਹਾਂ, ਮੈਂ ਆਪਣੀ ਇੰਨੀ ਪੁਰਾਣੀ ਚਿੱਠੀ ਲਿਖੀ ਹੈ ਜਿਹੜੀ ਕਿ ਇੱਕ ਬਚਪਨ ਦੀ ਲਿਖਾਈ ਦੇ ਵਿੱਚ ਸੀ। ਉਹਨਾਂ ਸੰਭਾਲ ਕੇ ਰੱਖੀਆਂ ਸਨ? ਉਹਨਾਂ ਨੇ ਸਾਰੀਆਂ ਚਿੱਠੀਆਂ, ਮੇਰੀ ਸ਼ਾਦੀ ਦਾ ਕਾਰਡ, ਸਾਰਾ ਕੁਝ ਉਹਨਾਂ ਨੇ ਸੰਭਾਲ ਕੇ ਰੱਖਿਆ। ਇੱਕ ਇੱਕ ਚਿੱਠੀ, ਇੱਕ ਇੱਕ ਫੋਟੋ ਉਹਨਾਂ ਨੇ ਸੰਭਾਲ ਕੇ ਰੱਖੀਆਂ। ਜੇ ਅਸੀਂ ਕਹੀਏ ਕਿ ਸਾਡੇ ਬੱਚਿਆਂ ਦੀਆਂ ਫੋਟੋਆਂ ਖਜ਼ਾਨਾ, ਸਾਡੇ ਕੋਲ ਸ਼ਾਇਦ ਉੱਧਰ ਨਹੀਂ ਹੋਣਗੀਆਂ ਜੋ ਮੈਨੂੰ ਇੱਧਰ ਆ ਕੇ ਦੇਖਣ ਨੂੰ ਮਿਲੀਆਂ। ਅਸੀਂ ਇੱਧਰ ਭੇਜਦੇ ਸਾਂ ਆਪਣੇ ਸਕੂਲ ਦੀਆਂ, ਕਾਲਜ ਦੀਆਂ ਫੋਟੋਜ਼, ਕਾਫੀ ਲੰਮੇ ਅਰਸੇ ਤੱਕ ਫਿਰ ਉੱਧਰ ਉੱਧਰ ਹੀ ਗੱਲਬਾਤ ਹੁੰਦੀ ਰਹੀ ਹੈ, ਚਿੱਠੀਆਂ ਆਉਂਦੀਆਂ ਜਾਂਦੀਆਂ ਰਹੀਆਂ ਨੇ। ਪਰ ਇਹਨਾਂ ਨੂੰ ਪਹਿਲੀ ਚਿੱਠੀ ਜਿਹੜੀ ਪੜ੍ਹਨ ਵਿੱਚ ਬੜੀ ਉਹ ਇਹਨਾਂ ਨੂੰ ਜਿਹੜੀ ਹੋ ਗਈ ਹੈ ਮਸ਼ੱਕਤ, ਜਿਹੜੀ ਬਹੁਤ ਮਿਹਨਤ ਕਰਨੀ ਪਈ ਹੈ। ਇਹਨਾਂ ਨੇ, ਮੈਂ ਪਿੰਡ ਗਈ ਸਾਂ, ਉਹਨਾਂ ਨੇ ਉਸ ਜੀ ਨੂੰ ਵੀ ਸੱਦਿਆ ਜਿਸ ਜੀ ਨੇ ਮੇਰੀ ਜਿਹੜੀ ਚਿੱਠੀ ਦੀ ਟਰਾਂਸਲੇਟ ਕਰਵਾ ਕੇ ਕਿਸੇ ਰਾਹੀਂ ਦਿੱਤੀ। ਕੋਈ ਇੱਥੇ ਪੰਜਾਬ ਤੋਂ ਸਿੱਖ ਆਇਆ ਸੀ, ਉਹ ਇੱਥੇ ਰਹਿੰਦੇ ਸੀ, ਉਹਨਾਂ ਨੇ ਉਹ ਮੇਰੀ ਚਿੱਠੀ ਪੜ੍ਹ ਕੇ ਸੁਣਾਈ। ਇਹ ਉੱਧਰ ਉਰਦੂ 'ਚ ਚਿੱਠੀ ਪਾਉਂਦੇ ਸੀ, ਤੇ ਮੇਰੇ ਜਿਹੜਾ ਇੰਸਟੀਚਿਊਟ ਸਕੂਲ ਦੇ PN ਸੀ, ਉਹ ਜਿਹੜੇ ਸਨ ਉਹਨਾਂ ਨੂੰ ਉਰਦੂ ਆਉਂਦਾ ਸੀ, ਤੇ ਮੈਂ ਇਹਨਾਂ ਦੀ ਚਿੱਠੀ ਉਹਨਾਂ ਕੋਲ ਪੜ੍ਹਵਾ ਕੇ ਤੇ ਉਹਨਾਂ ਕੋਲ ਲਿਖਵਾ ਕੇ ਪਾਉਂਦੀ ਸੀ। ਪਰ ਫਿਰ ਵੀ ਉਹ ਕਿਤੇ ਨਾ ਜਿਹੜੀ ਆਪ ਚੀਜ਼ ਲਿਖ ਲੈਣੀ ਹੈ, ਆਪਣੇ ਇਮੋਸ਼ਨਸ ਜਿਹੜੇ ਨੇ ਉਹ ਦੱਸ ਲੈਣੇ, मतलब कि वो गल नहीं सी बनती ना कोई दूजा बंदा तुहाडे लिए लिखे। अच्छा, मतलब ये तो एक बड़ी अजीब सी बात है कि आप इनको जो जो चीज़ें भेजती गई, उन्होंने मोहब्बत में वो चीज़ें संभाली हुई थी। क्या क्या चीज़ें थी, मैं ज़रा एक दफ़ा फिर से इस पे ज़रा एम्फसाइज़ करना चाहता हूँ कि क्या क्या चीज़ें, क्या क्या नवादरात उनसे मिले आपको जब आप उनको पहली दफ़ा मिली? उन्होंने क्या क्या दिखाया आपका भेजा हुआ? जी, उन्होंने जो मेरे बचपन तो भी पहलां ਦੀਆਂ ਚਿੱਠੀਆਂ ਆਈਆਂ ਜਿਨ੍ਹਾਂ ਦੇ ਉੱਤੇ ਐਡਰੈਸ ਨਹੀਂ ਸੀ ਹੁੰਦਾ, ਉਹਨਾਂ ਨੇ ਉਹ ਵੀ ਚਿੱਠੀਆਂ, ਇੱਥੇ ਤੱਕ ਕਿ ਚਿੱਠੀਆਂ ਦੇ ਲਿਫਾਫੇ ਜਿਹੜੇ ਹੁੰਦੇ ਨੇ ਨਾ, ਉਹ ਵੀ ਉਹਨਾਂ ਨੇ ਸੰਭਾਲ ਕੇ ਰੱਖੇ ਨੇ। ਜਿਹੜੀਆਂ ਸਾਡੀਆਂ ਫੋਟੋ ਸਨ ਉਹ ਵੀ ਸੰਭਾਲ ਕੇ ਰੱਖੀਆਂ। ਕੁਝ ਇਹੋ ਜਿਹੀਆਂ ਫੋਟੋ ਜਿਹੜੀਆਂ ਮੈਨੂੰ ਵੀ ਨਹੀਂ ਯਾਦ ਵੀ ਮੈਂ ਕਦੀ ਖਿਚਵਾਈਆਂ ਸੀ, ਉਹ ਵੀ ਉਹਨਾਂ ਨੇ ਸੰਭਾਲ ਕੇ ਰੱਖੀਆਂ। ਛੋਟੀ ਛੋਟੀਆਂ ਫੋਟੋ, ਪਾਸਪੋਰਟ ਸਾਈਜ਼, ਜਿਵੇਂ ਮਤਲਬ ਉਸ ਟਾਈਮ ਇੰਨਾ ਜ਼ਿਆਦਾ ਦੌਰ ਨਹੀਂ ਸੀ ਨਾ ਹੁੰਦਾ ਵੀਡੀਓ ਫੋਟੋਆਂ ਦਾ, ਜੋ ਵੀ ਅਸੀਂ ਉੱਧਰ ਖਿਚਵਾਉਂਦੇ ਸਾਂ, ਕੋਈ ਵਿਆਹ ਦੀ ਕੋਈ ਫੋਟੋ, ਕੋਈ ਕਿਸ ਤਰ੍ਹਾਂ, ਉਹਨਾਂ ਮਤਲਬ ਨਿੱਕੀ ਨਿੱਕੀ ਸ਼ੈ ਜਿਹੜੀ ਹੈ ਨਾ ਸਾਡੀ ਸੰਭਾਲ ਕੇ ਰੱਖੀ ਹੋਈ ਹੈ। ਉਸ ਦੌਰ ਦੀਆਂ ਮੈਂ ਪੋਸਟ ਆਫਿਸ ਦੀਆਂ ਟਿਕਟਾਂ ਵੇਖ ਕੇ ਹੈਰਾਨ ਹੋਈ ਹਾਂ। ਅੱਛਾ, ਕਿ ਪਹਿਲਾਂ ਜਿਹੜੀਆਂ ਸਟੈਂਪ ਹੁੰਦੀਆਂ ਚਿੱਠੀਆਂ ਦੇ ਉੱਤੇ ਟਿਕਟਾਂ ਲੱਗਦੀਆਂ ਸੀ, ਉਹ ਇਸ ਤਰ੍ਹਾਂ ਦੀਆਂ ਲੱਗਦੀਆਂ ਸੀ। ਉਹ ਚਿੱਠੀਆਂ ਤੈਅ ਲੱਗੀਆਂ ਨੇ ਨਾ, 4-4 ਟੋਟੇ ਹੋ ਗਏ ਨੇ। शादी कार्ड भी भेजा आपने? हाँ, मेरा शादी ਦਾ ਕਾਰਡ ਮੈਂ ਇਹਨਾਂ ਨੂੰ ਭੇਜਿਆ। ਆ ਤੇ ਨਹੀਂ ਸਕੇ, ਪਰ ਉਦੋਂ ਇੰਨੀ ਪਤਾ ਨਹੀਂ ਸੀ ਹੁੰਦਾ ਵੀ ਆ ਨਹੀਂ ਸਕਦੇ। ਮੈਂ ਸ਼ਾਦੀ ਦਾ ਕਾਰਡ ਭੇਜਿਆ ਕਿ ਇਹਨਾਂ ਨੂੰ ਵੀਜ਼ਾ ਲੱਗ ਜਾਏਗਾ ਤੇ ਆਉਣਗੇ। अच्छा, नहीं, ये अब तो मेरे ख्याल में आप पोस्टल भी नहीं कर सकते, चीज़ें पोस्ट भी नहीं कर सकते। ये किस ज़माने की बातें कि आप इनको पोस्टल करती रही हैं, सर्विसेज के ज़रिए, पोस्टल सर्विस के ज़रिए चीज़ें भेजती रही हैं?
ਉਹ ਅੱਛਾ, ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਕਿ ਹੁਣ ਪੋਸਟ ਨਹੀਂ ਕਰ ਸਕਦੇ ਹੈਗੇ, ਪਰ ਉਸ ਟਾਈਮ ਜੋ ਜਦ ਦੱਸਿਆ ਕਿ ਮੈਂ ਪਹਿਲੀ ਚਿੱਠੀ 1986 'ਚ ਲਿਖੀ ਹੈ, ਉਸ ਤੋਂ ਪਹਿਲਾਂ ਵੀ ਚਿੱਠੀਆਂ ਇਹਨਾਂ ਨੂੰ ਮਿਲਦੀਆਂ ਰਹੀਆਂ ਨੇ, ਇਹਨਾਂ ਕੋਲ ਚਿੱਠੀਆਂ ਹੈ ਨੇ। ਸੋ ਇਹ ਮੈਨੂੰ ਜ਼ਰੂਰ ਪਤਾ, ਬਚਪਨ ਦੇ ਵਿੱਚ ਮੈਂ ਗੱਲ ਸੁਣਦੀ ਸਾਂ, ਮੈਨੂੰ ਨਹੀਂ ਪਤਾ ਮੈਨੂੰ ਮੀਡੀਆ ਦੇ ਸਾਹਮਣੇ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ, ਪਰ ਇਹ ਸੱਚ ਹੈ ਕਿ ਜਦੋਂ ਚਿੱਠੀ ਪਾਉਂਦੇ ਸਾਂ ਤੇ ਡਰਦੇ ਸਨ ਘਰ ਦੇ ਕਿ ਇਹ ਪਤਾ ਨਹੀਂ ਗਵਰਨਮੈਂਟ ਕੋਈ ਬਲੇਮ ਨਾ ਲਾ ਦੇ, ਕੋਈ ਇਸ ਤਰ੍ਹਾਂ ਦੀ ਗੱਲਬਾਤ ਨਾ ਹੋ ਜੇ, ਕਿਉਂਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਮਾਮਲਾ ਜਿਹੜਾ ਬਹੁਤ ਸੈਂਸਿਟਿਵ ਸੀਗਾ। ਤੇ ਫਿਰ ਉਸ ਤੋਂ ਬਾਅਦ ਫੋਨ ਲੱਗੇ ਘਰਾਂ ਦੇ ਵਿੱਚ, ਲੈਂਡਲਾਈਨ ਲੱਗੇ, ਤੇ ਇੱਧਰੋਂ ਜਦੋਂ ਫੋਨ ਲੱਗ ਜਾਂਦਾ ਹੁੰਦਾ ਸੀ ਮੈਂ ਸੁਣਦੀ ਹੁੰਦੀ ਸਾਂ, ਤੇ ਮੈਨੂੰ ਯਾਦ ਹੈ ਕਿ ਮੇਰਾ ਭਰਾ ਮੈਨੂੰ ਕਹਿੰਦਾ ਹੁੰਦਾ ਸੀ ਕਿ ਐਵੇਂ ਕੋਈ ਪੁਲਿਸ ਕੇਸ ਨਾ ਬਣਾ ਲਈ, ਤੂੰ ਇਸ ਤਰ੍ਹਾਂ ਦੇ ਕੰਮ ਨਾ ਕਰਿਆ ਕਰ। ਪਰ ਮੇਰੇ ਅੰਦਰ ਪਤਾ ਨਹੀਂ ਕਿਉਂ ਸਾਰੇ ਜੀਆਂ ਨੂੰ ਬਹੁਤ ਮੁਹੱਬਤ ਹੈ, ਪਰ ਮੇਰੇ ਅੰਦਰ ਕੁਝ ਵੱਖਰੀ ਤਾਂਘ ਸੀ ਕਿ ਮੈਨੂੰ ਇਸ ਤਰ੍ਹਾਂ ਸੀ ਵੀ ਮੈਂ ਉਹਨਾਂ ਨੂੰ ਕਿੱਦਾਂ ਕਰਕੇ ਬਸ ਮਿਲ ਲਵਾਂ। ਉਹ ਮੇਰੇ ਅੰਦਰੋਂ ਜਿਹੜੀ ਉਹ ਤਾਂਘ ਮਰੀ ਨਹੀਂ। ਤੇ ਕਹਿੰਦੇ ਨੇ ਨਾ ਕਿ ਜੋ ਤੁਹਾਡਾ ਤੁਸੀਂ ਸੋਚ ਰਹੇ ਰਹਿੰਦੇ ਹੋ ਇੱਕ ਦਿਨ ਜ਼ਰੂਰ ਪੂਰਾ ਹੁੰਦਾ ਹੈ। ਮੈਂ ਉਹ ਬਾਹਰਲੀ ਇੰਗਲੈਂਡ ਦੀ ਧਰਤੀ ਤੇ ਜਾ ਕੇ ਵੀ ਉਹ ਉਮੀਦ ਨਹੀਂ ਛੱਡੀ ਕਿ ਕਿਸੇ ਨਾ ਕਦੀ ਮੈਂ ਪਾਕਿਸਤਾਨ ਜਿਹੜੀ ਹੈ ਇਹ ਜ਼ਰੂਰ ਜਾਵਾਂਗੀ ਤੇ ਜ਼ਰੂਰ ਮਿਲਾਂਗੀ। ਅੱਛਾ, ਇਹ ਹੁਣ ਦੱਸੋ ਕਿ ਤੁਸੀਂ ਪਾਕਿਸਤਾਨ ਆਏ, ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲੇ, ਹੋਰ ਲੋਕਾਂ ਨੂੰ ਵੀ ਮਿਲੇ, ਕਿਹੋ ਜਿਹਾ ਲੱਗਿਆ ਤੁਹਾਨੂੰ ਪਾਕਿਸਤਾਨ, ਔਰ ਇੱਥੋਂ ਦੇ ਲੋਕ ਕਿਹੋ ਜਿਹੇ ਲੱਗੇ? ਸਿਮਿਲਰ ਹੀ ਨੇ, ਕੋਈ ਫਰਕ ਨਹੀਂ ਹੈਗਾ। ਸੋ ਜਿਵੇਂ ਅਸੀਂ ਸੋਚਦੇ ਸਾਂ ਕਿ ਇਸ ਤਰ੍ਹਾਂ ਹੋਗੇ, ਹਾਂ ਕਲਚਰ ਦੇ ਵਿੱਚ ਜਿਹੜਾ ਹੈ ਕੋਈ ਬਹੁਤਾ ਫਰਕ ਨਹੀਂ, ਮੁਹੱਬਤ ਉਹੀ ਹੈ, ਉਹੀ ਖੇਤ ਨੇ, ਉਵੇਂ ਹੀ ਰੋਟੀ ਬਣਾਉਂਦੇ ਆ, ਉਵੇਂ ਸਾਰਾ ਕੁਝ ਕਰਦੇ ਆ। ਤੇ ਆਈ ਥਿੰਕ ਕੋਈ ਬਹੁਤਾ ਫਰਕ नहीं, पर फर्क दिखाया जा रहा है, इस गल का मैंने सोग जरूर। अच्छा, तो आपको कुछ डेवलपमेंट भी नज़र आती है लाइक पाकिस्तान में? जैसे हम बाहर की दुनिया में तो सुनते हैं कि वहाँ पे हालात बड़े मखदूश हैं, अब आपने चूँकि फर्स्ट टाइम विज़िट किया है तो कैसा लगा? लाइक सड़कें इन्वायरमेंट, माहौल यहाँ की आप देखा आपने सारा कुछ, उसके बारे में आपकी क्या राय कायम हुई? पहली गल तो मैं ये कहांगी कि पंजाब की वंड बिल्कुल नहीं सी होनी चाहिए। सो जे पंजाब की वंड हुई तो दिल साडा तुसी रख लिया है, सानू बिना दिल तो तुसी ਜਿਹੜਾ ਪੰਜਾਬ ਦਿੱਤਾ, ਕਿਉਂਕਿ ਲਾਹੌਰ ਜਿਹੜਾ ਹੈ ਉਹ ਪੰਜਾਬ ਦਾ ਦਿਲ ਹੈ। ਤੇ ਇੱਥੇ ਆ ਕੇ ਜਦੋਂ ਮੈਂ ਮੋਟਰਵੇ ਵੇਖੇ ਤੇ ਮੈਨੂੰ ਕੋਈ ਫਰਕ ਹੀ ਨਹੀਂ ਲੱਗਿਆ ਕਿ ਮੈਂ ਇੰਗਲੈਂਡ 'ਚ ਆ ਜਾਂ ਇੱਥੇ ਆ। ਇੱਥੇ ਦੀ ਜੋ ਟ੍ਰੈਫਿਕ ਸਿਸਟਮ ਬਹੁਤ ਵਧੀਆ ਹੈ, ਮੋਟਰਸਵੇ ਵੇਖੇ ਨੇ ਬਹੁਤ ਵਧੀਆ ਦੇਖੇ, ਜਾਣਾ ਆਉਣਾ ਸਾਰੀ ਜਗ੍ਹਾ ਤੇ बहुत सुखाला है। ये बात वाकई ऐसे, मैं तो खुद हैरान हो रहा हूँ कि आप इंग्लैंड के साथ मुकाबला कर रही है। ਇਹ ਕੋਈ ਮੈਂ ਪਾਕਿਸਤਾਨ ਨੂੰ ਇਸ ਤਰ੍ਹਾਂ ਨਹੀਂ ਕਿ ਬਹੁਤ ਸੋਹਣਾ ਦਿਖਾਉਣਾ ਚਾਹੁੰਦੀ ਹਾਂ ਜਾਂ ਕਿੱਦਾਂ, ਪਰ ਜੋ ਵੀ ਹੈ ਜਿਹੜੀ ਗੱਲ ਹੈ ਉਹ ਤੈਨੂੰ ਦੱਸਣੀ ਚਾਹੀਦੀ ਹੈ। ਵਾਕਈ मोटरवे बहुत अच्छे ने, बहुत अच्छे। अच्छा, ये यहाँ पे जो आपके रिश्तेदार रह गए, मैं चूँकि जब तकसीम हुई, वंड हुई जदों, ते मजहबी तौर पर भी वंड पै गई, और ये हुण गल समझ नहीं आती कि ਜਿਹੜੇ ਲੋਕ ਇੱਥੇ ਰਹਿ ਗਏ ਉਹ ਮੁਸਲਮਾਨ ਰਹਿ ਗਏ, ਜਿਹੜੇ ਉਧਰ ਚਲੇ ਗਏ ਉਹ ਸਿੱਖ ਹੋ ਗਏ। ਇਹ ਤੁਹਾਡੇ ਜਿਹੜੇ ਰਿਸ਼ਤੇਦਾਰ ਜੇ ਇਹ ਵੀ ਸਿੱਖ ਜੇ ਜਾਂ ਇਹ ਮੁਸਲਮਾਨ ਹੋ ਗਏ? ਨਹੀਂ, ਮੇਰੇ ਦਾਦਾ ਜੀ ਦਾ ਜਿਹੜਾ ਸਭ ਤੋਂ ਛੋਟਾ ਭਰਾ ਸੀ, ਉਹਨਾਂ ਨੇ ਵੰਡ ਤੋਂ ਪਹਿਲਾਂ ਦਾ ਹੀ ਜਿਹੜੇ ਹੈਗੇ ਇਸਲਾਮੀ ਬੇਗਮ ਨਾਲ ਵਿਆਹ ਕੀਤਾ ਹੋਇਆ ਸੀ। ਸੋ ਉਹਨਾਂ ਦੇ ਉਸ ਟਾਈਮ ਅੱਗੇ ਫੈਮਲੀਜ਼ ਵੀ, ਬੱਚਾ ਆਈ ਥਿੰਕ 1-2 ਛੋਟਾ ਬੱਚਾ ਸੀ, ਤੇ ਜਿਹਦੀ ਵਜ੍ਹਾ ਕਰਕੇ ਫਿਰ ਉਹ ਦਾਦਾ ਜੀ ਮਤਲਬ ਕਿ ਆਪਣੇ ਭਰਾਵਾਂ ਦੇ ਨਾਲ ਜਾਂਦੇ ਤੇ ਉਹ ਆਪਣੀ ਫਿਰ ਬੇਗਮ ਨੂੰ ਛੱਡਦੇ, ਹੈ ਨਾ। ਫਿਰ ਇਹ ਬੇਗਮ ਨਹੀਂ ਛੱਡ ਸਕੇ। ਬੇਗਮ ਨਹੀਂ ਛੱਡ ਸਕੇ, ਹੈ ਨਾ। ਫਿਰ ਮੁਹੱਬਤ ਦੀ ਗੱਲ ਸੀ ਨਾ, ਹੈ ਨਾ, ਤੇ ਫਿਰ ਇਸ ਕਰਕੇ ਉਹ ਇੱਥੇ ਰਹਿ ਗਏ। ਤੇ ਇਹ ਬੜੀ ਦੁਖਾਂ ਦੀ ਗੱਲ ਸੀ ਕਿ ਭਰਾਵਾਂ ਵਿੱਚ ਤੇ ਨਹੀਂ ਵਿਛੋੜਾ ਪੈਣਾ ਚਾਹੀਦਾ ਸੀ ਨਾ। ਅੱਛਾ, ਤੁਹਾਡੇ ਦਾਦਾ ਜੀ ਦੇ 3 ਭਾਈ ਸਨ ਨਾ ਜਿਹੜੇ ਮਾਈਗ੍ਰੇਸ਼ਨ ਦਾ ਸ਼ਿਕਾਰ ਹੋਏ, ਉਹਨਾਂ ਵਿੱਚੋਂ ਕੋਈ ਕਲੋਜ਼ ਰਿਲੇਟਿਵ ਵੀ ਜਾਂ ਜ਼ਿੰਦਾ ਸੀ ਜਾਂ ਉਹਨਾਂ ਦੇ ਬੱਚੇ ਹੀ ਅੱਗੋਂ ਹਯਾਤ ਸਨ ਜਿਹੜੇ ਤੁਹਾਨੂੰ ਮਿਲੇ? ਜਿਹੜੇ ਇੱਥੇ ਨੇ? ਨਹੀਂ, ਮੇਰੇ ਜਿਹੜੇ ਦਾਦਾ ਜੀ ਦਾ ਭਰਾ ਸੀ ਉਹ 1989 ਦੇ ਵਿੱਚ ਉਹ ਪੂਰੇ ਹੋ ਗਏ, ਤੇ ਉਹਨਾਂ ਦੇ ਜਿਹੜੇ ਅੱਗੇ ਪਹਿਲੇ ਬੱਚੇ ਸਨ ਉਹਨਾਂ ਵਿੱਚੋਂ ਸਾਡੇ ਇੱਕ ਫੁੱਫੀ ਬਚੀ ਹੈ, ਉਹ ਮੈਨੂੰ ਮਿਲੇ ਨਹੀਂ, ਉਹ ਆਪਣੇ ਪਿੰਡ ਨੇ, ਬਜ਼ੁਰਗ ਨੇ, ਨਹੀਂ ਆ ਸਕੇ। ਤੇ ਇਹ ਜਿਹੜੇ ਤੁਸੀਂ, ਮੈਂ ਕਰੈਕਟ ਕਰਦੀ ਜਾਵਾਂ, ਤੁਸੀਂ ਕਿਹਾ ਤਾਇਆ ਜੀ, ਉਹ ਤਾਇਆ ਜੀ ਨਹੀਂ, ਮੇਰੇ ਚਾਚਾ ਜੀ ਨੇ। ਸੋ ਉਹਨਾਂ ਦਾ ਇੱਕ ਬੇਟਾ, ਜਿਹੜਾ 4 ਬੇਟੇ ਸਨ ਆਈ ਥਿੰਕ ਉਹਨਾਂ ਵਿੱਚੋਂ ਇੱਕ ਬੇਟਾ ਜਿਹੜਾ ਉਹ ਜਿੰਦਾ ਹੈ, ਜਿਹੜਾ ਕਿ ਤੁਸੀਂ ਇੰਟਰਵਿਊ ਦੇ ਵਿੱਚ ਕਾਨਫਰੰਸ 'ਚ ਦੇਖਿਆ, ਵੀਡੀਓ ਦੇ ਵਿੱਚ ਬੜਾ ਰੋ ਰਹੇ ਸਨ। ਸੋ ਚਾਚਾ ਜੀ ਮੇਰੇ ਜਿੰਦਾ ਨੇ। ਅੱਛਾ, ਉਹ ਰੋ ਪਏ ਸਾਰੇ ਤੁਸੀਂ ਜਦੋਂ ਗਏ ਤੇ ਬੜਾ ਮਤਲਬ ਉਹਨਾਂ ਵਾਰਮਿੰਗ ਜਾਂ ਤੁਹਾਡਾ ਵੈਲਕਮ ਕੀਤਾ ਉੱਥੇ? ਮਤਲਬ ਕਿ ਜਿਹੜੇ ਚਾਚਾ ਜੀ ਮੇਰੇ ਜਿੰਦਾ ਸਨ ਨਾ, ਮੈਨੂੰ ਵੀ ਨਹੀਂ ਸੀ ਪਤਾ ਚਾਚਾ ਜੀ ਜਿੰਦਾ ਨੇ। ਹਾਂਜੀ, ਕਿਉਂਕਿ ਗਾਂ ਬੱਚੇ ਵਗੈਰਾ ਚਿੱਠੀਆਂ ਪਾਉਂਦੇ ਸਨ, ਇਸ ਤਰ੍ਹਾਂ ਦੱਸਦੇ ਸਨ, ਪਰਿਵਾਰ ਬੜਾ ਵੱਡਾ ਹੈ, ਸਮਝ ਨਹੀਂ ਸੀ ਆਉਂਦੀ, ਬੜਾ ਫੋਨ ਤੇ ਦੱਸਦੇ ਸਨ, ਚਿੱਠੀਆਂ 'ਚ ਦੱਸਦੇ ਸਨ, ਫੋਟੋਆਂ 'ਚ ਭੇਜਦੇ ਸਨ। ਤੇ ਜਦੋਂ ਮੈਂ ਇੱਥੇ ਆਈ ਤੇ ਇੱਥੇ ਆ ਕੇ ਮੈਨੂੰ ਸਮਝ ਨਾ ਆਵੇ ਕਿ ਕਿਹੜੇ ਬਜ਼ੁਰਗ ਨੇ ਇੰਨਾ ਕਿਉਂ ਰੋ ਰਹੇ ਨੇ।
ਫਿਰ ਜਦੋਂ ਮੈਨੂੰ 10-15 ਮਿੰਟ ਗੱਲਾਂ ਕਰਨ ਤੋਂ ਬਾਅਦ ਪਤਾ ਲੱਗਿਆ, ਮੈਂ ਪੁੱਛਿਆ ਚੰਗੀ ਤਰ੍ਹਾਂ ਕੌਣ ਕਿਹਦੇ ਬੱਚੇ, ਮੈਨੂੰ ਚੰਗੀ ਤਰ੍ਹਾਂ ਸਮਝਾਓ, ਫੈਮਿਲੀ ਟਰੀ ਸਮਝਾਓ। ਜਦੋਂ ਉਹਨਾਂ ਨੇ ਸਮਝਾਇਆ ਤੇ ਮੈਨੂੰ ਪਤਾ ਲੱਗਿਆ ਕਿ ਉਹ ਮੇਰੇ ਸਕੇ ਚਾਚਾ ਜੀ ਨੇ। ਫਿਰ ਜਿਹੜੀ ਮੈਨੂੰ ਇਹ ਕਹਿ ਲਓ ਕਿ ਕੋਈ ਹੋਸ਼ ਨਹੀਂ ਰਹੀ, ਆਪਣਾ ਆਪ ਸੰਭਾਲਿਆ ਨਹੀਂ ਗਿਆ ਮੇਰੇ ਕੋਲ। ਕੀ ਵੇਖਿਆ ਗਿਰਾਂ ਦੇ ਵਿੱਚ ਜਾ ਕੇ ਜਦੋਂ ਤੁਸੀਂ ਗਏ, ਕਿੰਨਾ ਟਾਈਮ ਗੁਜ਼ਾਰਿਆ ਉੱਥੇ? ਸਾਰਾ ਦਿਨ ਅਸਾਂ ਲਾਇਆ। ਅਸੀਂ ਆਪਣੇ ਖੂਹ 'ਤੇ ਗਏ, ਜਿਵੇਂ ਅਸੀਂ ਕਹਿੰਦੇ ਹਾਂ ਉੱਧਰ ਖੂਹ 'ਤੇ, ਅਤੇ ਇਹ ਡੇਰਾ ਕਹਿੰਦੇ ਨੇ ਜਿੱਥੇ ਸਾਡੇ ਖੇਤ ਨੇ। ਉਹ ਖੇਤ ਓਰੀਜਨਲ ਖੇਤ ਜਿਹੜੇ ਮੇਰੇ ਦਾਦਾ ਜੀ ਦੇ ਨੇ, ਉਹਨਾਂ ਦੇ ਵਿੱਚ ਮੈਂ ਗਈ। ਸੋ ਉਹਨਾਂ ਦੇ ਵਿੱਚ ਤੁਰੀ, ਸਾਰਾ ਕੁਛ ਕੀਤਾ। ਉੱਥੇ ਮੈਂ ਆਪਣੀ ਜਿਹੜਾ ਮੇਰੇ ਤਾਇਆ ਜੀ ਦੱਸਦੇ ਸਨ, ਮੈਂ ਉਹਨਾਂ ਨੂੰ ਕਿਹਾ ਨਾ ਮੈਨੂੰ ਕੋਈ ਨਿਸ਼ਾਨੀ ਦੱਸੋ ਪਿੰਡ ਦਾ, ਗੁਰਦੁਆਰਾ ਕੋਈ, ਪਿੰਡ 'ਚ ਮਸਜਿਦ, ਕੋਈ ਸਕੂਲ, ਕੋਈ ਕੁਛ। ਤੇ ਉਹਨਾਂ ਨੇ ਦੱਸਿਆ ਕਿ ਉੱਥੇ ਇੱਕ ਬੋੜ ਹੈ, ਸੌਰੀ ਪਿੱਪਲ ਹੈ, ਤੇ ਉਹ ਪਿੱਪਲ ਅੱਜ ਵੀ ਹੈ। ਜੈਸੋ ਮੇਰਾ ਜੀ ਕਰਦਾ ਸੀ ਮੈਂ ਉਸ ਪਿੱਪਲ ਨੂੰ ਜੱਫੀ ਮਾਰ ਕੇ ਤੇ ਇੱਥੇ ਰਾਜਾ। ਉਹ ਪਿੱਪਲ ਨਹੀਂ ਸੀ ਮੇਰੇ ਵਾਸਤੇ, ਉਹ ਮੇਰੇ ਬਜ਼ੁਰਗ खिलौते सन। तो अब आप क्या कर रही हैं, कहाँ पर हैं, मतलब यूके में हैं, कहाँ पर हैं, कब से वहाँ पर हैं? ਮੈਨੂੰ ਕੁਛ ਕਹਿ ਲਓ ਕਿ 27-28 ਗਿਣਤੀ ਤਾਂ ਨਹੀਂ, 29 ਸਾਲ ਕੁਛ ਹੋ ਗਏ ਨੇ। ਯੂਕੇ ਦੇ ਵਿੱਚ ਬੜੇ ਲੰਮੇ ਅਰਸੇ ਤੋਂ ਰਹਿ ਰਹੀ ਹਾਂ ਮੈਂ। ਉੱਥੇ ਆਪਣੇ ਹੈਲਥ ਸਾਈਡ ਤੇ ਮੇਰਾ ਸਪਾ ਹੈ, ਆਪਣਾ ਬਿਜ਼ਨਸ ਹੈ, ਤੇ ਮੈਂ ਉਹ ਆਪਣਾ ਕੰਮ ਚਲਾ ਰਹੀ ਹਾਂ। ਤੇ ਮੇਰੀ ਬੇਟੀ ਹੈ, ਉਹਨੂੰ ਵੀ ਬੜਾ ਚਾਅ ਹੈ ਪਾਕਿਸਤਾਨ ਆਉਣ ਦਾ, ਕਰਨ ਦਾ। ਐਕਚੁਅਲੀ 'ਚ ਉਹਨੇ ਟਿਕਟ ਕਰਾਈ ਵੀ ਹੋਈ ਸੀ, ਪਰ ਮੈਂ ਉਹਨੂੰ ਕਿਹਾ ਕਿ ਪਹਿਲਾਂ ਮੈਨੂੰ ਇੱਥੇ ਸੈਟਲ ਹੋ ਲੈਂਦੇ, ਸਾਰਾ ਕੁਛ ਵੇਖ ਲੈਂਦੇ, ਕਰ ਲੈਂਦੇ, ਫਿਰ ਹੁਣ ਪਰਮਾਤਮਾ ਦੀ ਮਰਜ਼ੀ ਹੈ, ਰੱਬ ਕਰੇ ਅਸੀਂ ਵਾਪਸ ਜਲਦੀ ਆਈਏ ਬਾਕੀ ਪਰਿਵਾਰ ਨੂੰ ਵੀ ਲੈ ਕੇ। ਤੇ ਮੈਂ ਜ਼ਰੂਰ, ਮੇਰੀ ਬੇਟੀ ਅਗਲੇ ਸਾਲ ਆਏਗੀ, ਵੇਖੇਗੀ ਉਹ ਵੀ ਆਪਣੇ ਜਿਹੜੇ ਮੰਮੀ ਦੇ ਅਸਲ ਦਾਦਕੇ ਨੇ, ਪਿਛੋਕੜ ਹੈ। ਕਿਉਂਕਿ ਬੇਸ਼ੱਕ ਅਸੀਂ ਉੱਥੇ ਜਾ ਕੇ ਬਹਿ ਗਏ ਹਾਂ, ਪਰ ਫਿਰ ਵੀ ਅੱਜ ਕਿਤੇ ਨਾ ਕਿਤੇ ਅਸੀਂ ਉਸ ਧਰਤੀ ਨੂੰ ਜਿਹੜਾ ਨਾ, ਇਹ ਕਹਿੰਦੇ ਆ ਕਿ ਉਹ ਅਸਲੀ ਧਰਤੀ ਨਹੀਂ, ਇਹ ਅਸਲੀ ਧਰਤੀ ਹੈ ਨਾ, ਜਿੱਥੇ ਸਾਡੇ ਵੱਡਿਆਂ ਦਾ ਜਿਹੜਾ ਜਨਮ ਹੋਇਆ। चलें जी, आप जब भी आएँ मोस्ट वेलकम टू पाकिस्तान, मोस्ट वेलकम टू लाहौर, और खुदा आपकी, रब आपकी ये मोहब्बत हमेशा कायम रखे। बड़ा अच्छा लगा आपसे बात करके और आपको वेलकम करके और आपसे इंटरव्यू करके। तो नाजरीन, बात यह है कि 1947 की जो तकसीम है उसने ज़मीनों को तो तकसीम कर दिया, मगर वो दिलों को तकसीम नहीं कर सकी। आज भी ऐसी कई कहानियाँ और कई किस्से और कई लोग ऐसे हैं जो तड़प रहे हैं सरहद के उस पार अपने साबका रिश्तेदारों को मिलने के लिए। मुझे उम्मीद है कि आज की ये वीडियो और किरण कौर घुमन जी की बातें सुनकर आपको यकीनी तौर पर अपने जो बिछड़े हुए रिश्तेदार जो उस ओर पे रहते हैं वो याद आ रहे होंगे। इसके साथ ही मुझे दीजिए इजाज़त, देखते रहिए आज़ाद डिजिटल। खुदा हाफिज़।